ਤੇ ਹੁਣ ਖਬਰ ਮਾਨਸਾ ਤੋਂ। ਮਾਨਸਾ 'ਚ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਸੂਬਾ ਸਰਕਾਰ ਆਖਿਰਕਾਰ ਝੁਕ ਗਈ। ਹੁਣ ਮ੍ਰਿਤਕ ਮਹਿਲਾ ਦੇ ਪਰਿਵਾਰ ਨੂੰ ਆਰਥਿਕ ਮਦਦ ਮਿਲੇਗੀ, ਜਿੱਥੇ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਨੂੰ 3 ਲੱਖ ਦਾ ਚੈੱਕ ਸੌਂਪਿਆ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ। ਦਰਅਸਲ 23 ਦਿਨਾਂ ਤੋਂ ਮ੍ਰਿਤਕ ਮਹਿਲਾ ਦਾ ਸੰਸਕਾਰ ਨਹੀਂ ਕੀਤਾ ਗਿਆ ਸੀ। ਖੰਸਾਲੀ ਅੰਦੋਲਨ ਤੇ 80 ਵਰਿਆਂ ਦੀ ਇਸ ਮਹਿਲਾ ਦੀ ਮੌਤ ਹੋ ਗਈ ਸੀ। ਅੰਦੋਲਨ ਦੌਰਾਨ ਉਸ ਦੀ ਮੌਤ ਹੋ ਗਈ ਸੀ। ਸੋ ਕਿਸਾਨਾਂ ਨੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ। ਉੱਥੇ ਹੀ ਸੰਗਰੂਰ 'ਚ ਵੀ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ, ਜਿੱਥੇ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਦਰਅਸਲ ਇੱਥੇ ਵੀ ਇੱਕ ਕਿਸਾਨ ਦੀ ਧਰਨੇ ਦੇ ਦੌਰਾਨ ਮੌਤ ਹੋ ਗਈ ਸੀ। ਸਰਕਾਰੀ ਨੌਕਰੀ ਇੱਕ ਪਰਿਵਾਰ ਦੇ ਜੀ ਨੂੰ ਤੇ ਉਹਨਾਂ ਦਾ ਕਰਜ਼ਾ ਸਮੁੱਚਾ ਮਾਫ ਕਰਨ ਦੀ ਸੀਗੀ। ਉਹ ਜੋ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਫਾਰਿਸ਼ ਕਰਕੇ ਭੇਜੀ ਹੈ, ਉਹਦੀ ਸਾਨੂੰ ਫੋਟੋ ਕਾਪੀ ਦਿੱਤੀ ਗਈ ਹੈ, ਕਿਉਂਕਿ ਉਹ ਤੇ ਟਾਈਮ ਥੋੜਾ ਜਿਹਾ ਲੱਗਦਾ ਹੀ ਹੁੰਦਾ। ਉਹ ਅਸੀਂ ਸਮਝੌਤਾ ਹੋ ਗਿਆ, ਇਹਨੂੰ ਲਾਗੂ ਕਰਾਉਣ ਵਾਸਤੇ ਜੇ ਸਰਕਾਰ ਨੇ ਟਾਲ ਮਟੋਲ ਕੀਤੀ ਤਾਂ ਸੰਘਰਸ਼ ਦੇ ਮੈਦਾਨ 'ਚ ਹੈਗੇ ਆ, ਫੇਰ ਆਵਾਂਗੇ। ਇੱਕ ਵਾਰ ਸਾਡਾ ਨਿਬੜਿਆ ਵੀ 10 ਲੱਖ ਰੁਪਇਆ ਮੁਆਵਜ਼ਾ ਦੇਣਾ ਪਰਿਵਾਰ ਨੂੰ, ਸਰਕਾਰੀ ਨੌਕਰੀ ਤੇ ਕਰਜ਼ਾ ਖਤਮ। ਯਾਨੀ ਇਹਨਾਂ ਦੇ ਵਿੱਚੋਂ ਅੱਜ 5 ਲੱਖ ਰੁਪਇਆ ਸਰਕਾਰ ਨੇ ਸਾਨੂੰ ਫੌਰੀ ਜਿਹੜਾ ਚੈੱਕ ਨੇ ਨਗਦ ਪੇਮੈਂਟ ਆ ਉਹ ਦੇਤੀ। 5 ਲੱਖ ਉਹਨਾਂ ਨੇ ਭੋਗ ਤੇ ਆਦਰਿਆ ਤੇ ਨਾਲ ਹੀ ਉਹਦੇ ਜਿਹੜਾ ਕਰਜ਼ਾ ਉਹ ਉਹਨਾਂ ਨੇ ਕਿਹਾ ਵੀ ਸਾਨੂੰ ਦੱਸਿਆ ਜਾਵੇ, ਉਹਦੀ ਪੜਤਾਲ ਕਰਕੇ ਜਿੰਨਾ ਹੋਇਆ ਉਹ ਸਰਕਾਰ ਦੇਊ। ਨੌਕਰੀ ਦੇ ਕਾਗਜ਼ ਮੰਗ ਲਏ। ਜਿਹਨੇ ਅੱਜ ਜਿਹੜੇ ਸਾਡੇ ਕਿਸਾਨਾਂ ਦਾ ਇਹ ਸੰਘਰਸ਼ ਦੀ ਉਹਦੀ ਵੱਡੀ ਜਿੱਤ ਹੈ। ਤੇ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਰ ਖਟਾਸ ਪੈਦਾ ਹੋ ਗਈ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੇਂਦਰ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ, ਜਿਸ ਦਾ ਕਿਸਾਨ ਹੁਣ ਵਿਰੋਧ ਕਰ ਰਹੇ ਨੇ ਤੇ ਇਸ ਮੁੱਦੇ ਤੇ ਸਿਆਸਤ ਵੀ ਗਰਮਾ ਗਈ ਹੈ। ਪੂਰਾ ਮਾਮਲਾ ਕੀ ਹੈ, ਇਸ ਰਿਪੋਰਟ ਦੇ ਜ਼ਰੀਏ ਦਿਖਾਉਂਦੇ ਹਾਂ। ਖੇਤੀ ਕਾਨੂੰਨਾਂ ਖਿਲਾਫ ਜੰਗ ਚੱਲ ਰਹੀ ਹੈ। ਕੇਂਦਰ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਨੇ। ਖੇਤੀ ਕਾਨੂੰਨਾਂ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਕਿ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਤੇ ਇਹ ਝਟਕਾ ਵੀ ਕੇਂਦਰ ਸਰਕਾਰ ਨੇ ਹੀ ਦਿੱਤਾ ਹੈ। ਅਸਲ 'ਚ ਕੇਂਦਰ ਨੇ ਕਿਸਾਨਾਂ ਨੂੰ ਵਿਆਜ ਤੇ ਵਿਆਜ ਮੁਆਫੀ ਸਕੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਸਕੀਮ ਦਾ ਐਲਾਨ RBI ਵੱਲੋਂ ਕੀਤਾ ਗਿਆ ਹੈ, ਜਿਸ 'ਚੋਂ ਕੇਂਦਰ ਨੇ ਖੇਤੀ ਤੇ ਖੇਤੀ ਸੰਦਾਂ ਨੂੰ ਸਕੀਮ 'ਚ ਸ਼ਾਮਿਲ ਨਹੀਂ ਕੀਤਾ। ਕੇਂਦਰ ਦੇ ਇਸ ਫੈਸਲੇ ਨਾਲ ਇੱਕ ਪਾਸੇ ਕਿਸਾਨ ਭੜਕੇ ਹੋਏ ਨੇ ਤਾਂ ਦੂਸਰੇ ਪਾਸੇ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਘੇਰਨ ਦਾ ਇੱਕ ਹੋਰ ਮੌਕਾ ਮਿਲ ਗਿਆ। ਅਕਾਲੀ ਦਲ ਕੇਂਦਰ ਸਰਕਾਰ ਤੇ ਸ਼ਬਦੀ ਵਾਰ ਕਰ ਰਿਹਾ ਤੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਤੇ ਜਿਸ ਤਰ੍ਹਾਂ ਇਹ ਬੜਾ ਦੁਖਦਾਈ ਤੇ ਹੈਰਾਨੀਜਨਕ ਫੈਸਲਾ ਆ ਕਿ ਇਕੱਲੇ ਕਿਸਾਨ ਨੂੰ ਇਹਦੇ ਤੋਂ ਬਾਹਰ ਰੱਖਿਆ ਗਿਆ ਸਕੀਮ ਤੋਂ, ਤੇ ਪਰਾਲੀ ਨੂੰ ਅੱਗ ਲਾਊਗਾ ਤੇ 1 ਕਰੋੜ ਰੁਪਏ ਦਾ ਨੂੰ ਜੁਰਮਾਨਾ ਕੀਤਾ ਜਾਊਗਾ ਤੇ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਇਹ ਤੇ ਨਾਦਰਸ਼ਾਹੀ ਫਰਮਾਨ ਨੇ, ਇਹ ਤੇ ਤਾਨਾਸ਼ਾਹੀ ਵਾਲੇ ਫਰਮਾਨ ਨੇ, ਕੋਈ ਲੋਕਤੰਤਰਕ ਸਰਕਾਰਾਂ ਦਾ ਫਰਮਾਨ ਨਹੀਂ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦਾ ਵਿਰੋਧ ਕਰ ਰਹੀ ਕਾਂਗਰਸ ਨੇ ਵੀ ਕੇਂਦਰ ਤੇ ਨਿਸ਼ਾਨੇ ਸਾਧੇ। ਵਿਧਾਇਕ ਕੁਲਦੀਪ ਵੈਦ ਨੇ ਇਸ ਫੈਸਲੇ ਤੇ ਸਵਾਲ ਚੱਕੇ ਅਤੇ ਕੇਂਦਰ ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਾਏ। ਮੈਂ ਪੁੱਛਣਾ ਚਾਹੁੰਦਾ ਬੀਜੇਪੀ ਦੇ ਲੀਡਰ ਸਹਿਬਾਨਾਂ ਨੂੰ, ਇਹ ਕਿਸਾਨਾਂ ਨਾਲ ਹੀ ਵਿਤਕਰਾ ਕਿਉਂ? ਇਹ ਪੰਜਾਬੀਆਂ ਨਾਲ ਹੀ ਵਿਤਕਰਾ ਕਿਉਂ? ਤੁਸੀਂ ਸਾਰੇ ਕਾਰਪੋਰੇਟਰਸ ਦਾ, ਸਾਰੇ ਬਿਜ਼ਨਸਮੈਨਾਂ ਦਾ, ਛੋਟੇ ਵੱਡਿਆਂ ਦਾ ਵਿਆਜ ਦੇ ਉੱਤੇ ਵਿਆਜ ਮਾਫ ਕਰ ਦਿੱਤਾ। ਉਹ ਡਰੋ ਕੁਛ ਰੱਬ ਤੋਂ, ਕੁਛ ਰੱਬ ਦਾ ਖੌਫ ਖਾਓ। ਇਹ ਕਿਸਾਨਾਂ ਨੂੰ ਹੀ ਕਿਉਂ ਮਾਰਨ ਲੱਗੇ ਹੋਏ ਹੋ? ਕੁੱਲ ਮਿਲਾ ਕੇ ਇਸ ਪੂਰੇ ਮਾਮਲੇ ਤੇ ਸਿਆਸਤ ਖੂਬ ਗਰਮਾ ਰਹੀ ਹੈ, ਕਿਉਂਕਿ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਕੇਂਦਰ ਵਰਸਸ ਪੰਜਾਬ ਛਿੜੀ ਹੋਈ ਹੈ। ਐਸੇ ਵਿੱਚ ਕੇਂਦਰ ਦਾ ਇੱਕ ਹੋਰ ਫੈਸਲਾ ਕਿਸਾਨਾਂ ਦੇ ਲਈ ਮਾਰੂ ਸਾਬਿਤ ਹੋ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਸਬਸਿਡੀ ਤੇ ਕਣਕ ਦਾ ਪ੍ਰਮਾਣਿਤ ਬੀਜ ਮਿਲੇਗਾ। ਮੁੱਖ ਮੰਤਰੀ ਨੇ ਕਣਕ ਦੇ ਬੀਜ ਤੇ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਛੋਟੇ ਕਿਸਾਨਾਂ ਨੂੰ 50% ਦੀ ਸਬਸਿਡੀ ਤੇ ਇਹ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਏਗਾ। 18.5 ਕਰੋੜ ਰੁਪਏ ਦੀ ਸਬਸਿਡੀ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, 18 ਕਰੋੜ 50 ਲੱਖ ਰੁਪਏ। ਔਰ ਸਰਕਾਰ ਦਾ ਦਾਅਵਾ ਹੈ ਕਿ ਕਰੀਬ 2.5 ਲੱਖ ਕਿਸਾਨਾਂ ਨੂੰ ਇਸ ਸਕੀਮ ਦਾ ਫਾਇਦਾ ਹੋਏਗਾ। ਤੇ ਸਰਕਾਰ ਵੱਲੋਂ ਸਖਤੀ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਬਠਿੰਡਾ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਉੱਥੇ ਹੀ ਭਵਾਨੀਗੜ੍ਹ ਤੋਂ ਵੀ ਪਰਾਲੀ ਸਾੜਨ ਦੀਆਂ
ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਹੈ, ਸਰਕਾਰਾਂ ਵੱਲੋਂ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਕੋਈ ਟੁਕਵਾਂ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਪਰਾਲੀ ਸਾੜਨ ਦਾ ਇਹ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਬਕਾਇਦਾ ਕਿਸਾਨਾਂ ਵੱਲੋਂ ਇਸ ਮੌਕੇ ਨਾਅਰੇਬਾਜ਼ੀ ਕੀਤੀ ਗਈ ਪਰਾਲੀ ਨੂੰ ਅੱਗ ਲਾਉਣ ਮੌਕੇ। ਸੋ ਪਰਾਲੀ ਸਾੜਨ ਦਾ ਸਿਲਸਿਲਾ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ। ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਕਿਸਾਨ ਯੂਨੀਅਨ ਕਿਸ ਤਰੀਕੇ ਨਾਲ ਇਕੱਠੀ ਹੋਈ ਔਰ ਉਹਨਾਂ ਵੱਲੋਂ ਸ਼ਰੇਆਮ ਪਰਾਲੀ ਨੂੰ ਅੱਗ ਲਾ ਕੇ ਦੇਣ ਦੀ ਕੋਸ਼ਿਸ਼ ਜਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨਾਂ ਦੇ ਕੋਲ ਇਸ ਦਾ ਹੋਰ ਕੋਈ ਹੱਲ ਨਹੀਂ ਹੈ ਔਰ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ। ਤਸਵੀਰਾਂ ਇੱਕ ਪਾਸੇ ਭਵਾਨੀਗੜ੍ਹ ਦੀਆਂ ਨੇ, ਇੱਕ ਪਾਸੇ ਬਠਿੰਡਾ ਦੀਆਂ ਨੇ। ਦੋਨਾਂ ਥਾਵਾਂ ਤੇ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਔਰ ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਹਨੂੰ ਅੱਗ ਲਾਉਣ ਦਾ ਕਾਰਨ ਇਹ ਹੈ ਜੀ, ਸਾਡਾ ਕੋਈ ਸ਼ੌਕ ਨਹੀਂ, ਸਾਡੀ ਮਜਬੂਰੀ ਹੈ। ਮਜਬੂਰੀ ਵਾਸਤੇ ਅਸੀਂ ਪਰਾਲੀ ਨੂੰ ਅੱਗ ਲਾ ਰਹੇ ਹਾਂ। ਪਰ ਜਿਹੜਾ ਸਰਕਾਰ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਜੁਰਮਾਨਾ ਕਰੋ ਜੀ, ਇਹਨਾਂ ਤੇ ਪਰਚੇ ਪਾਓ ਜੀ, ਇਹਨਾਂ ਨੂੰ 5 ਸਾਲ ਦੀ ਸਜ਼ਾ ਕਰ ਦਿਓ, ਉਹ ਕਰ ਦਿਓ। ਜੇ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਠੋਸ ਹੱਲ ਕਰੇ, ਸਾਨੂੰ ਕੋਈ ਮੁਆਵਜ਼ਾ ਦੇਵੇ, ਸਾਨੂੰ ਕੋਈ ਚੰਗੇ ਸੰਦ ਮੁਹੱਈਆ ਕਰਾਵੇ ਤਾਂ ਅਸੀਂ ਇਹ ਪਰਾਲੀ ਨੂੰ ਅੱਗ ਨਾ ਲਾਈਏ। ਜਦੋਂ ਸਾਡੇ ਕੋਲੇ ਕੋਈ ਠੋਸ ਸੰਦ ਨਹੀਂ, ਕੋਈ ਠੋਸ ਹੱਲ ਪਰਾਲੀ ਦਾ ਸਰਕਾਰ ਨੇ ਕੀਤਾ ਨਹੀਂ, ਉਲਟੀ ਸਾਨੂੰ ਕਹਿ ਰਹੇ ਵੀ ਜੁਰਮਾਨੇ ਸਜ਼ਾ ਜੀ, ਸਾਨੂੰ ਡਰਾਵੇ ਦੇ ਰਹੇ। ਅਸੀਂ ਇਹਨਾਂ ਡਰਾਵਿਆਂ ਤੋਂ ਡਰਨ ਵਾਲੇ ਨਹੀਂ। ਸਰਕਾਰ ਪਰਚੇ ਕਰੇ, ਕੁਝ ਵੀ ਕਰੇ, ਅਸੀਂ ਅੱਗ ਜੇ ਸਰਕਾਰ ਨੇ ਕੋਈ ਠੋਸ ਹੱਲ ਨਾ ਕੀਤਾ ਇਸੇ ਤਰ੍ਹਾਂ ਹੀ ਲਾਵਾਂਗੇ, ਚਾਹੇ ਕੁਝ ਵੀ ਹੋਵੇ। ਦੇਖੋ ਜੀ, ਜਿਹੜੀ ਪਰਾਲੀ ਆ, ਪਰਾਲੀ ਦਾ ਕਿਸਾਨ ਦੇ ਲਵੇ ਸੀਖ ਲਾਉਣ ਤੋਂ ਇਲਾਵਾ ਹੋਰ ਕੋਈ ਮਤਲਬ ਉਹਦਾ ਸਿਸਟਮ ਨੂੰ ਕਿਸੇ ਤਰ੍ਹਾਂ ਦਾ ਕੋਈ ਜਾਦੂ ਦਾ ਕਿਸਾਨ ਕੋਲੇ ਹੈ ਨਹੀਂ ਵੀ ਜਾਦੂ ਮਾਰਿਆ ਤੇ ਉਹ ਟਰੱਕ ਦੇ ਵਿੱਚ ਜਾਂ ਟਰੈਕਟਰ ਦੀ ਟਰਾਲੀ 'ਚ ਪੈ ਜੇ। ਇਹ ਤੇ ਖਰਚਾ ਆਉਂਦਾਗਾ। ਅਸੀਂ ਨੇ ਜਮਾ ਪੂਰਾ ਆਗੂਆਂ ਨੇ, ਸਾਡੇ ਕਿਸਾਨ ਆਗੂਆਂ ਨੇ 200 ਰੁਪਏ ਪਰ ਕੁਆਂਟਲ ਤੇ ਬੋਨਸ ਮੰਗਿਆ ਸੀਗਾ। 200 ਰੁਪਏ ਇਹਨਾਂ ਨੇ ਬੋਨਸ ਸਾਨੂੰ ਦਿੱਤਾ ਨਹੀਂ ਕਿਸਾਨਾਂ। ਪਹਿਲਾਂ ਤਾਂ ਅਸੀਂ ਬੇਨਤੀ ਕਰਾਂਗੇ ਉਹਨੂੰ ਵੀ ਭਾਈ ਤੂੰ ਮਤਲਬ ਸਾਡਾ ਕੋਈ ਹੋਰ ਹੱਲ ਨਹੀਂ ਹੈਗਾ। ਜੇ ਨਹੀਂ ਉਹ ਕਰਨਗੇ, ਕਿਸਾਨਾਂ ਉੱਤੇ ਕੇਸ ਬਣਾਉਣਗੇ ਤਾਂ ਫਿਰ ਅਸੀਂ ਤਾਂ ਮਰੇ ਪਏ ਆ, ਫਿਰ ਉਹਨਾਂ ਨੂੰ ਵੀ ਦੇਖ ਲਾਂਗੇ ਅਸੀਂ ਝੱਟ। ਇਸ ਕਰਕੇ ਵੀ ਅਸੀਂ ਮਤਲਬ ਪਰਾਲੀ ਨੂੰ ਅੱਗ ਲਾ ਕੇ ਰਹਾਂਗੇ, ਜੋ ਮਰਜ਼ੀ ਕਰ ਲੈਣ ਇਹ। ਤੇ ਉਧਰ ਅੱਜ ਪੰਜਾਬ ਦੇ ਫਿਰੋਜ਼ਪੁਰ ਤੇ ਹਰਿਆਣਾ ਦੇ ਫਤਿਆਬਾਦ ਦੇ ਵਿੱਚ ਦੋ ਵੱਖੋ ਵੱਖਰੇ ਹਾਦਸੇ ਵਾਪਰੇ। ਅੱਗ ਲੱਗਣ ਨਾਲ ਦੋਨਾਂ ਥਾਵਾਂ ਤੇ ਟਰੈਕਟਰ ਟਰਾਲੀ ਸੜ ਕੇ ਸੁਆਹ ਹੋ ਗਈਆਂ। ਫਿਰੋਜ਼ਪੁਰ ਦੇ ਵਿੱਚ ਵੀ ਟਰੈਕਟਰ ਟਰਾਲੀ ਨੂੰ ਅੱਗ ਲੱਗੀ ਔਰ ਫਤਿਆਬਾਦ ਦੇ ਵਿੱਚ, ਪਰ ਇਸ ਮੌਕੇ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਿਹਾ। ਦੋਨੇ ਟਰੈਕਟਰ ਟਰਾਲੀਆਂ ਦੇ ਵਿੱਚ ਪਰਾਲੀ ਭਰੀ ਹੋਈ ਸੀ। ਹਾਲਾਂਕਿ ਇਹ ਅੱਗ ਕਿਸ ਤਰ੍ਹਾਂ ਲੱਗੀ, ਕਿਉਂ ਲੱਗੀ, ਇਸ ਦੇ ਕਾਰਨ ਪਤਾ ਨਹੀਂ ਚੱਲ ਸਕੇ, ਪਰ ਦੋਨਾਂ ਥਾਵਾਂ ਤੇ ਟਰੈਕਟਰ ਟਰਾਲੀ ਸੜ ਕੇ ਸੁਆਹ ਹੋ ਗਏ। ਤੇ ਖਬਰ ਗੜਸ਼ੰਕਰ ਤੋਂ। ਗੜਸ਼ੰਕਰ 'ਚ ਸ਼ਹਿਰ ਦੇ ਬਾਰ-ਬਾਰ ਇਕਾਂਤ ਜਗ੍ਹਾ ਤੇ ਯੂਰੀਆ ਦੀਆਂ ਗੱਡੀਆਂ ਖਾਲੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ 4 ਟਰੱਕ 800 ਬੋਰੀਆਂ ਸਮੇਤ ਕਾਬੂ ਕੀਤੇ ਨੇ, ਜਦਕਿ 2 ਟਰੱਕ ਤੇ 2 ਛੋਟੀਆਂ ਗੱਡੀਆਂ ਦੇ ਚਾਲਕ ਫਰਾਰ ਹੋ ਗਏ। ਜਲੰਧਰੋਂ ਲੈ ਕੇ ਆਏ ਆ। ਇੱਥੇ ਕਾਹਦੇ ਫਿਰ ਪਲਟਦੇ ਕਾਹਦੇ ਸੀ ਛੋਟੀਆਂ ਗੱਡੀਆਂ 'ਚ? ਉਹ ਕਹਿੰਦੇ ਵੀ ਸਾਨੂੰ 12 ਨਹੀਂ ਖਾਂਦਾ ਰੇਟ ਦਾ, ਯੂਨੀਅਨ ਨਾਲ ਕਹਿੰਦੇ। ਯੂਨੀਅਨ ਵਾਲੇ ਕਿਹੜੇ? ਆਹ ਜਿਹੜੇ ਗੱਡੀਆਂ ਲੈ ਕੇ ਆਏ ਆ। ਅੱਛਾ ਜੀ। ਇਹ ਕਹਿੰਦੇ ਸਾਨੂੰ 12 ਨਹੀਂ ਖਾਂਦਾ। ਇਹਨਾਂ ਆਪੇ ਮਾਲਕ ਸਾਡੇ ਆਪਣੇ ਕੀ ਗੱਡੀਆਂ ਮੰਗਾ ਲਈਆਂ ਆਪਣੀਆਂ। ਨਹੀਂ, ਛੋਟੀਆਂ ਗੱਡੀਆਂ 'ਚ ਇੱਥੇ ਪਲਟਦੇ ਸੀ ਕਿ ਕਿਤੇ ਹੋਰ ਭੇਜਣੇ ਲੱਗੇ ਸੀ? ਨਹੀਂ, ਹੋਰ ਨਹੀਂ ਕਿਤੇ। ਇਹ ਤਾਂ ਅੱਗੇ ਹੀ ਖਾਦ ਤਾਂ ਅੱਗੇ ਹੀ ਬਲੈਕ 'ਚ ਮਿਲਣ ਡਈ ਆ। ਪਤਾ ਜੀ, ਆਪਾਂ ਸਾਨੂੰ ਨਹੀਂ ਪਤਾ ਹੈ ਇਹ ਚੀਜ਼ ਦਾ, ਸਾਨੂੰ ਨਹੀਂ ਪਤਾ ਬਲੈਕ। ਸਰ ਇਹ ਮਤਲਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨੰਗਲ ਤੋਂ ਜਿਹੜਾ ਆ ਮਤਲਬ ਉੱਥੋਂ ਜਿੱਥੇ ਬਣਦਾ ਯੂਰੀਆ ਉੱਥੋਂ ਆਇਆ ਟਰੱਕਾਂ ਵਿੱਚ ਲੋਡ ਹੋ ਕੇ, ਤੇ ਇਹ ਜਿਹੜਾ ਨੂਰਪੁਰ ਆਪਣਾ ਜਿਹੜਾ ਸੜਕ ਦੇ ਨਾਲ ਜਿਹੜਾ ਟਰੱਕਾਂ ਚੋਂ ਦੂਜੇ ਟਰੱਕਾਂ ਦੇ ਵਿੱਚ ਲੋਡ ਕਰ ਰਹੇ ਆ, ਵੀ ਸ਼ਾਇਦ ਕੋਈ ਸ਼ੱਕੀ ਮਾਮਲਾ ਹੋ ਸਕਦਾ ਆ। ਇਹ ਆਪਾਂ ਵੈਰੀਫਾਈ ਕਰ ਰਹੇ ਆ। ਵੈਰੀਫਾਈ ਹੋਣ ਤੇ ਜੇ ਸਹੀ ਹੋਇਆ ਤਾਂ ਠੀਕ ਹੈ, ਜੇ 19-21 ਕੋਈ ਗੱਲ ਹੋਰ ਨਿਕਲੀ ਤਾਂ ਉਸ ਮੁਤਾਬਕ ਜਿਹੜਾ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਤੇ ਖਾਦ ਨਾਲ ਭਰੀ ਮਾਲ ਗੱਡੀ ਪਹੁੰਚੀ। ਡੀਏਪੀ ਤੇ ਯੂਰੀਆ ਨਾਲ ਭਰੀ ਇਹ ਮਾਲ ਗੱਡੀ ਸੀ ਔਰ ਇਸ ਮਾਲ ਗੱਡੀ ਚੋਂ ਹੁਣ ਟਰੱਕਾਂ ਰਾਹੀਂ ਜਿਹੜੀ ਖਾਦ ਹੈ ਉਸ ਨੂੰ ਪੰਜਾਬ ਪਹੁੰਚਾਇਆ ਜਾ ਰਿਹਾ ਹੈ। ਪੰਜਾਬ 'ਚ ਟ੍ਰੇਨਾਂ ਬੰਦ ਨੇ, ਮਾਲ ਗੱਡੀਆਂ ਬੰਦ ਨੇ, ਸੋ ਇਹ ਸਿਰਫ ਹਰਿਆਣਾ ਤੱਕ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਸੜਕੀ ਰਸਤੇ ਇਹ ਖਾਦ ਦੀ ਸਪਲਾਈ ਪੰਜਾਬ 'ਚ ਕੀਤੀ ਜਾ ਰਹੀ ਹੈ।
एक और तस्वीर निकलकर सामने आ रही है। यह नज़ारा यमुनानगर रेलवे स्टेशन का है, जो पंजाब के निकटतम जिलों में से आता है। यहाँ मालगाड़ी डीएपी खाद लेकर पहुंची है। यहाँ से ये डीएपी खाद उतार कर ट्रकों में लोड की जा रही है और ये जो ट्रक हैं इनको सड़क मार्ग से होते हुए पंजाब में ट्रांसपोर्ट किया जा रहा है। जिस कंपनी ने ये डीएपी खाद मंगवाई है उसके अधिकारी हमारे साथ मौजूद हैं, इनसे जानते हैं। सर, किस चीज़ का रैक लगा है और कहाँ कहाँ सप्लाई होगी? ये आज यहाँ पे आई पे डीएपी का रेक लगा हुआ है, जो कंपनी इंडियन पोटाश लिमिटेड है, ये उनका डीएपी का रेक लगा हुआ है। तो ये सप्लाई आसपास भी हो रहा है, जमुनानगर, माला, कुरुक्षेत्र डिस्ट्रिक्ट। इसके अलावा आज यहाँ से ये पंजाब में भी जा रहा है, क्योंकि वहाँ रेलवे की सप्लाई बंद है, जिम्मेदारों ने की है, जिसकी वजह से अब गेहूँ की बुझाई हो रही है। वहाँ पे जिम्मेदारों को डीएपी की दिक्कत ना आए खाद बुझाई में, इस करके यहाँ से कंपनी जो है इंडियन पोटाश लिमिटेड, जो यहाँ के अधिकारी श्री आशीष गहलोत जी है, उनके संयोग से यहाँ से पंजाब ट्रांसफ़र हो रहा माल। तो कितना पंजाब ट्रांसफ़र चला गया जी आज? करीब 600 टन माल जहाँ से 600 टन माल जहाँ से पंजाब चला गया। आशीष शर्मा, यमुनानगर न्यूज़। ਤੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਬ੍ਰੇਕ। इस न्यूज